ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ। ਬਿਲਾਵਲ ਮਹੱਲਾ ਪੰਜਵਾਂ। ਹਰ 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 ਆਰਾਧਿਏ ਹੋਈਏ ਆਰੋਗ, ਰਾਮਚੰਦ ਕੀ ਲਸਟ ਕਾ ਜਿਨ ਮਾਰਿਆ ਰੋਗ। ਰਹਾਓ। ਸਤਿਗੁਰੂ ਇੱਥੇ 3 ਵਾਰ ਵਾਹਿਗੁਰੂ ਪਰਮੇਸ਼ਰ ਹਰੀ ਭਗਵਾਨ ਨੂੰ ਜਪਣ ਤੇ ਜ਼ੋਰ ਦੇ ਰਿਹਾ। ਮਨ ਕਰਕੇ ਪਰਮਾਤਮਾ ਨਾਲ ਚਿੱਤ ਬਿਰਤੀ ਲੱਗੀ ਰਹੇ, ਵਾਹਿਗੁਰੂ ਦਾ ਜਾਪ ਕੀਤਾ ਜਾਵੇ, ਬਾਰ ਬਾਰ ਗੁਰੂ ਮੰਤਰ ਦੀ ਆਰਾਧਨਾ ਕੀਤੀ ਜਾਵੇ। ਤਨ ਕਰਕੇ ਸਾਧੂ ਜਨਾਂ ਦੀ ਸੰਗਤ ਤੇ ਸੇਵਾ ਕੀਤੀ ਜਾਵੇ। ਬਾਣੀ ਕਰਕੇ ਜੋ ਸ਼ਬਦ ਬੋਲੇ ਜਾਣ, ਜੋ ਸ਼ਬਦ ਸੁਣੇ ਜਾਣ, ਉਹ ਵਾਹਿਗੁਰੂ ਦੇ ਪ੍ਰੀਤਮ ਦੇ ਪਰਮੇਸ਼ਰ ਦੇ ਹੋਣ। ਇਸ ਤਰ੍ਹਾਂ ਮਨ ਜਦੋਂ ਪਰਮਾਤਮਾ ਨੂੰ ਚੇਤਾ ਕਰੇ, ਤਨ ਕਰਕੇ ਸਤਸੰਗ ਵਿੱਚ ਆਵੇ, ਸੇਵਾ ਕਰੇ ਤੇ ਬਾਣੀ ਦੁਆਰਾ ਉਸ ਪਰਮਾਤਮਾ ਨੂੰ, ਵਾਹਿਗੁਰੂ ਨੂੰ ਯਾਦ ਕਰੇ, ਰਸਨਾ ਦੁਆਰਾ, ਹਿਰਦੇ ਦੁਆਰਾ ਤੇ ਸਰੀਰ ਕਰਕੇ। ਇਸ ਯਤਨ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ, ਮਨ ਸਦਾ ਸੁਖੀ ਹੋ ਜਾਂਦਾ, ਸਾਰੇ ਤਰ੍ਹਾਂ ਦੇ ਪਾਪ ਗਲੋਂ ਲਹਿ ਜਾਂਦੇ। ਰਾਮਚੰਦ ਕੀ ਲਸਟ ਕਾ ਜਿਨ ਮਾਰਿਆ ਰੋਗ। ਸਤਿਗੁਰੂ ਕਹਿੰਦੇ ਇਹ ਸਾਡਾ ਮਨ ਜਦੋਂ ਵਾਹਿਗੁਰੂ ਨਾਲ, ਪ੍ਰੀਤਮ ਨਾਲ, ਪਰਮੇਸ਼ਰ ਨਾਲ ਜੁੜ ਜਾਵੇ, ਉਹ ਪਰਮਾਤਮਾ, ਉਹ ਰਾਮ ਜਿਹੜਾ ਹਰ ਹਿਰਦੇ ਅੰਦਰ ਰਮਿਆ ਹੋਇਆ, ਜਿਹੜਾ ਵੀ ਉਹਦੀ ਬੰਦਗੀ ਕਰਦਾ, ਉਹਦਾ ਨਾਮ ਜਪਦਾ, ਉਹਦੇ ਸਾਰੇ ਮਨ ਦੇ ਰੋਗ, ਤਨ ਦੇ ਰੋਗ ਦੂਰ ਹੋ ਜਾਂਦੇ, ਚਿੰਤਾਵਾਂ ਉਹਦੀਆਂ ਖਤਮ ਹੋ ਜਾਂਦੀਆਂ। ਗੁਰਪੂਰਾ ਹਰ ਜਾਪੀਏ ਨਿਤ ਕੀਚੈ ਭੋਗ, ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ। ਸਤਿਗੁਰੂ ਜੀ ਫਰਮਾਨ ਕਰਦੇ, ਉਸ ਸਰੀਰ ਦਾ, ਉਸ ਪਰਮਾਤਮਾ ਦਾ, ਪਰਮੇਸ਼ਰ ਦਾ ਨਾਮ ਜਪਣਾ ਕਰੀਏ। ਨਾਮ ਜਪਾਂਗੇ ਮਨ ਨੂੰ ਸ਼ਾਂਤੀ ਆਊਗੀ, ਨਾਮ ਜਪਾਂਗੇ ਮਨ ਸੁਖੀ ਹੋਊਗਾ। ਨਾਮ ਜਪਾਂਗੇ ਜਿਸ ਸੁੱਖ ਥੋੜ੍ਹੇ ਸਮੇਂ ਦੇ ਨੂੰ ਅਸੀਂ ਢੂੰਡਦੇ ਫਿਰਦੇ, ਉਹਦੇ ਬਦਲੇ ਵਿੱਚ ਮਹਾਨ ਸੁੱਖ ਦੀ ਪ੍ਰਾਪਤੀ ਹੋਊਗੀ। ਜਦੋਂ ਪਰਮੇਸ਼ਰ ਦਾ ਜਾਪ ਕਰਾਂਗੇ, ਪਰਮਾਤਮਾ ਵਿੱਚ ਇਕਮਿਕ ਹੋ ਜਾਵਾਂਗੇ। ਇਹ ਉੱਤਮ ਵਿਚਾਰ ਸਤਿਗੁਰੂ ਜੀ ਕਹਿੰਦੇ ਮੈਨੂੰ ਸਤਸੰਗ ਵਿੱਚੋਂ ਪ੍ਰਾਪਤ ਹੋਏ। ਮੈਂ ਉਸ ਗੁਰੂ ਤੋਂ, ਉਸ ਸਤਸੰਗ ਤੋਂ ਬਲਹਾਰ ਜਾਣਾ, ਕੁਰਬਾਨ ਜਾਣਾ, ਸਦਕੇ ਜਾਣਾ, ਜਿਨ੍ਹਾਂ ਦੇ ਸੰਬੰਧ ਕਰਕੇ ਮੈਨੂੰ ਵਾਹਿਗੁਰੂ ਪ੍ਰੀਤਮ ਨਾਲ ਪ੍ਰੀਤ ਕਰਨ ਦੀ ਜੁਗਤ ਆਈ, ਜਿਨ੍ਹਾਂ ਦੀ ਸੰਗਤ ਕਰਕੇ ਮਨ ਦੇ ਭਾਵ ਸ਼ੁੱਧ ਹੋਏ, ਜਿਨ੍ਹਾਂ ਦੀ ਸੰਗਤ ਵਿੱਚੋਂ ਉੱਤਮ ਵਿਚਾਰ ਸੁਣ ਕੇ ਚਿੱਤ ਬਿਰਤੀ ਪਰਮਾਤਮਾ ਨਾਲ ਲੱਗ ਗਈ, ਮਨ ਪਰਮਾਤਮਾ ਨਾਲ ਇਕਮਿਕ ਹੋ ਗਿਆ। ਉਹ ਸਤਸੰਗ ਤੋਂ ਮੈਂ ਸਦਾ ਬਲਹਾਰ ਜਾਣਾ, ਕੁਰਬਾਨ ਜਾਣਾ, ਸਦਕੇ ਜਾਣਾ। ਜਿਸ ਵਾਹਿਗੁਰੂ ਦੇ, ਜਿਸ ਪਰਮਾਤਮਾ ਦੇ, ਜਿਸ ਪਰਮੇਸ਼ਰ ਦੇ ਨਾਮ ਜਪਣ ਨਾਲ ਸਾਰੇ ਦੁੱਖ ਲੈ ਜਾਂਦੇ, ਉਸ ਪਰਮਾਤਮਾ ਦੇ ਨਾਮ ਨੂੰ ਕਦੀ ਵੀ ਕਿਸੇ ਤਰ੍ਹਾਂ ਨਹੀਂ ਭੁੱਲਣਾ ਚਾਹੀਦਾ। ਇਸ ਤਰ੍ਹਾਂ ਗੁਰਦੇਵ ਕਹਿੰਦੇ, ਮੈਂ ਵੀ ਉਸ ਵਾਹਿਗੁਰੂ ਦੀ, ਪਰਮੇਸ਼ਰ ਦੀ ਸ਼ਰਨ ਵਿੱਚ ਆਇਆ ਹੋਇਆ। ਧੰਨ ਗੁਰੂ ਰਾਮਦਾਸ ਮਹਾਰਾਜ ਪਾਸੋਂ ਉੱਤਮ ਗਿਆਨ ਸਿੱਖਿਆ ਹੋਇਆ। ਸਾਨੂੰ ਕਹਿੰਦੇ ਤੁਸੀਂ ਵੀ ਪਰਮੇਸ਼ਰ ਦਾ ਸਿਮਰਨ ਕਰੋਗੇ, ਤੁਹਾਡੇ ਵੀ ਸਾਰੇ ਦੁੱਖ ਦੂਰ ਹੋ ਜਾਣਗੇ।
ਤੁਹਾਡੀਆਂ ਵੀ ਚਿੰਤਾਵਾਂ ਜਿਹੜੀਆਂ ਉਹ ਸਦਾ ਵਾਸਤੇ ਖਤਮ ਹੋ ਜਾਣਗੀਆਂ। ਜਿਸ ਸਿਮਰਤ ਸੁਖ ਪਾਈਐ, 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 ਜਿਸ ਸਿਮਰਤ ਸੁਖ ਪਾਈਐ। ਬਿਨ ਸੇ ਵਿਯੋਗ, 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 ਬਿਨ ਸੇ ਵਿਯੋਗ। ਨਾਨਕ ਪ੍ਰਭ ਸਰਣਾਗਤੀ, ਨਾਨਕ ਪ੍ਰਭ ਸਰਣਾਗਤੀ, ਨਾਨਕ ਪ੍ਰਭ ਸਰਣਾਗਤੀ, ਨਾਨਕ ਪ੍ਰਭ ਸਰਣਾਗਤੀ। ਕਰਨ ਕਾਰਨ ਜੋਗ, 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 ਕਰਨ ਕਾਰਨ ਜੋਗ। ਸਤਿਗੁਰੂ ਜੀ ਫਰਮਾਨ ਪਾ ਕਰਦੇ, ਵਾਹਿਗੁਰੂ ਪ੍ਰੀਤਮ ਪਰਮੇਸ਼ਰ ਕਾਰਜ ਰੂਪ ਵੀ ਆ, ਕਾਰਨ ਰੂਪ ਵੀ ਆ, ਸਰਬ ਸ਼ਕਤੀਵਾਨ ਆ। ਉਸ ਪਰਮਾਤਮਾ ਦੇ ਨਾਮ ਨੂੰ ਕਦੀ ਵੀ ਸਾਨੂੰ ਨਹੀਂ ਭੁੱਲਣਾ ਚਾਹੀਦਾ। ਜਿਸ ਪਰਮਾਤਮਾ ਦੇ ਨਾਮ ਜਪਣ ਨਾਲ ਪਰਮਾਤਮਾ ਨਾਲੋਂ ਪਈ ਹੋਈ ਵਿਥ, ਪਿਆ ਹੋਇਆ ਵਿਛੋੜਾ, ਕਿਉਂਕਿ ਸਭ ਉਸੇ ਪਰਮਾਤਮਾ ਦੇ ਆਪਣੇ, ਸੰਸਾਰ ਮਾਇਆ ਨੂੰ ਵੇਖ ਕੇ ਭੁੱਲ ਗਏ, ਚੇਤਾ ਭੁੱਲ ਗਿਆ ਆਪਣੇ ਆਪ ਦਾ। ਪਰਮਾਤਮਾ ਦਾ ਉੱਤਮ ਸ਼ੁੱਧ ਸਰੂਪ, ਜਿਹਨੂੰ ਆਪਾਂ ਰੋਜ਼ ਯਾਦ ਕਰਦੇ। ਆਤਮਾ ਇਹ ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਪੂਰਨ ਅੰਸ਼ ਹੈ। ਸਾਡਾ ਆਪਣਾ ਇਸ ਬਾਹਰੀ ਮਾਇਆ ਰੂਪੀ ਨਜ਼ਰ ਆ ਰਿਹਾ ਜੋ ਅਗਿਆਨ ਕਰਕੇ ਸਰੀਰ ਦਾ ਢਾਂਚਾ, ਇਹਨੂੰ ਛੱਡ ਕੇ ਅੰਦਰ ਜਦੋਂ ਖੋਜ ਕੀਤੀ ਜਾਂਦੀ ਤੇ ਫਿਰ ਸਿਰ ਤੇ ਸਿਰ ਇੱਕੋ ਵਾਹਿਗੁਰੂ ਪ੍ਰੀਤਮ ਪਰਮੇਸ਼ਰ ਨਜ਼ਰ ਆਉਂਦਾ। ਉਸ ਪਰਮਾਤਮਾ ਨੂੰ ਅਸੀਂ ਭੁੱਲ ਗਏ, ਉੱਥੋਂ ਵਿਛੜੇ ਹੋਏ ਸੰਸਾਰ ਜਗਤ ਨੂੰ ਵੇਖ ਕੇ ਇਹਦੇ ਵਿੱਚ ਲੱਗੇ ਰਹਿੰਦੇ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ, ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ। ਜਠਰ ਅਗਨੀ ਜਿਵੇਂ ਦੁਖੀ ਕਰਦੀ, ਇਸ ਤਰ੍ਹਾਂ ਹੀ ਸੰਸਾਰ ਮਾਇਆ ਵੇਖਣ ਨੂੰ ਤਾਂ ਸੁੰਦਰ ਲੱਗਦੀ, ਪਰ ਦੁਖੀ ਕਰਦੀ। ਇਹਨਾਂ ਦੁੱਖਾਂ ਤੋਂ ਬਚ ਕੇ ਆਪਣੇ ਆਪ ਨੂੰ ਭੈੜੇ ਖਿਆਲਾਂ ਤੇ ਬੁਰੇ ਵਿਚਾਰਾਂ ਤੋਂ ਬਚਾਉਣ ਵਾਸਤੇ ਸਤ ਸੰਗਤ ਦੀ ਸਾਨੂੰ ਜ਼ਰੂਰਤ ਪੈਂਦੀ। ਗੁਰਦੇਵ ਕਹਿੰਦੇ, ਜਿਹਦੇ ਸਿਮਰਨ ਕਰਨ ਨਾਲ, ਚੇਤਾ ਕਰਨ ਨਾਲ ਸਦਾ ਸੁੱਖ ਪ੍ਰਾਪਤ ਹੁੰਦਾ। ਪਰਮਾਤਮਾ ਨਾਲੋਂ ਪਿਆ ਹੋਇਆ ਵਿਛੋੜਾ ਮੁੱਕ ਜਾਂਦਾ। ਉਹਨੂੰ ਜ਼ਰੂਰ ਚੇਤੇ ਕਰਦੇ ਰਹਿਣਾ ਚਾਹੀਦਾ। ਅੰਮ੍ਰਿਤ ਵੇਲਾ ਸਾਂਭਣਾ ਚਾਹੀਦਾ। ਬਾਰ ਬਾਰ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ। ਮੈਂ ਉਸ ਪਰਮਾਤਮਾ ਦੀ, ਪਰਮੇਸ਼ਰ ਦੀ ਸ਼ਰਨ ਵਿੱਚ ਪਿਆ ਹੋਇਆ, ਜਿਹੜਾ ਮਾਲਕ ਸਭ ਤਰ੍ਹਾਂ ਦੇ ਸਾਨੂੰ ਸੁੱਖ ਦਿੰਦਾ। ਕਾਰਜ ਰੂਪ ਆ ਅਤੇ ਕਾਰਨ ਰੂਪ ਆ। ਰਾਗ ਬਿਲਾਵਲ ਮਹੱਲਾ ਪੰਜਵਾਂ, ਦੋਪਦੇ ਘਰ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ।
अवरो पाप सब त्याग्या, दारू नाम लया, ताप पाप सब मिटे, रोग शीतल मन भया। होर चंगी तरह समझ आ जाए, गुरु साहब कहते कि दुनियावी कार विहार, हिरदे अंदर बुरे विचार, वासनावां दे, ममता दे, होमे ते हंकार दे, इन्हां नूं त्याग दिता। नाम रूप दारू की प्राप्ति हुई। वो नाम जपण नाल मन दे अंदर जिहड़े खोटे भाव विचार आउंदे सीगे वो खत्म हो गए। इहो ही विचार दुखी करते सीगे जिहड़े माया विच जकड़ दिंदे सी। इन्हां तो बचाव हो गया, मन शीतल हो गया, शांत हो गया, तृप्त हो गया। गुरु नानक महाराज जिस समय पहली उदासी तो बाद वापस तलवंडी आउंदे, माता पिता सोचते भी ये इत्थे रहन, इत्थों ना जान, संसार सुख भोगन, सब तरह के साढ़े कोल साधन आ, धन पदार्थ माया। राय बलार ने बेनती की तो सतगुरु जी इस तरह राय बलार पास पुजे। राय बलार ने कहा मैं बिरध हो गया, उम्र वध हो गई, स्वासां का कोई पता नहीं है, इसलिए मरदाने के मिलन ते सुनेहा दिता कि गुरु साहब ने कहो मैनू मिल पैन, कोई पता नहीं है मिलिया जाए या ना मिलिया जाए, इसलिए मैनू मिल के फिर भावें चले जा। गुरु साहब ने आकर के जदों राय बलार नूं परमेश्वर नाल जोड़ना किया, उहदे अंदर जो विछोड़े की भावना सीगी, विचार सीगे परमात्मा नूं मिलन दे, गुरु नानक महाराज नूं मिलन दे, वो दूर हो गए। राय बलार नूं समझ पई गुरु नानक महाराज के उपदेश नाल भी ये धन पदार्थ संसार माया ये किसी काम नहीं है। सानू भी समझ पै जाए भी परमेश्वर का नाम ही दुखों को दूर करने वाला, परमात्मा का नाम ही सब रोग सोग मिटाने वाला। असीं भी उस तरह परमेश्वर का जाप करिए। माता पिता के कहण ते राय बलार पास बेनती करन ते राय बलार सतगुरु जी ने कह रहा तुसीं इत्थे रहो, खेती करो, सब तरह के साधन जिहड़े वो तुहानूं दे देने, क्योंकि उस समय उस इलाके का राजा सीगा राय बलार। खेती करो, जमीन दे देने, जमीन का कोई तुहाडे कोल मामला कोई नहीं लवांगे, कामे रखो, वाही कराओ, करन दी भी लोड़ नहीं, सुखी रहो। सतगुर सच्चे पातशाह महाराज फिर सिक्ख्या देन प्रति जो शब्द राग छोट विच बोलते जिहड़ा आपां सुन रहे सी, बाबा माया साथ ना हो। हे भाई, हे गुरु के प्यारे हो, हे गुरमुखो, ये माया, ये धन पदार्थ, ये प्रॉपर्टी, ये कदी नाड़ नहीं रही। जिन माया जग मोया विरला बूझे कोई। जिस माया ने सारे पकड़िया होया, कोई सत्संगी, कोई गुरु नानक महाराज के विचारां नूं दृढ़ करने वाला, इस माया के भेद नूं जानन वाला, धन गुरु ग्रंथ साहब महाराज के पावन बचन समझ के आत्मक गुणां नूं गाउण वाला, जीव भाव तो उठ के ब्रह्म विच अभेद होने वाला, विरला बूझे कोई। सतगुरु कहंदे ये कीमती वचन, ये अमृत रूप नाम, ये उन्हां दे हिस्से आउंदा जिहड़े परमेश्वर नाल प्रीत करदे ते बाकी सब कुछ छड्ड छड़ा देंदे। ते फिर
ਜਿਹਦੇ ਤੋਂ ਸਾਡਾ ਵਿਛੋੜਾ ਪਿਆ ਹੋਇਆ ਪਰਮਾਤਮਾ ਦਾ, ਉਹਦੇ ਨਾਲ ਮਿਲਾਪ ਹੋ ਜਾਂਦਾ। ਗੁਰਦੇਵ ਕਹਿੰਦੇ ਮਨ ਹਾਲੀ ਕਰਸਾਣੀ ਕਰਨੀ, ਧਰਮ ਪਾਣੀ ਤਨ ਖੇਤ। ਇਹ ਸਰੀਰ ਰੂਪੀ ਖੇਤ ਜਿਹੜਾ ਇਸ ਅਰਥ ਨੂੰ, ਭਾਵ ਨੂੰ ਸਮਝਿਆ ਜਾਵੇ। ਜਦੋਂ ਕ੍ਰਿਸ਼ਨ ਜੀ ਦੀ ਗੀਤਾ ਪੜ੍ਹਦੇ ਤੇ ਉਹ ਵੀ ਖੇਤ ਤੇ ਖੇਤ ਗਏ ਦਾ ਵਰਣਨ ਕਰਦੇ। ਸਾਡਾ ਸਰੀਰ ਸਮਝੋ ਕਿ ਖੇਤੀ ਦੀ ਨਹੀਂ ਹੈ। ਜਿਵੇਂ ਖੇਤੀ ਬੀਜਣ ਵਾਸਤੇ ਪਾਣੀ ਦਿੱਤਾ ਜਾਂਦਾ, ਬਾਰ-ਬਾਰ ਵਾਹਿਆ ਜਾਂਦਾ, ਫਿਰ ਉਹਨੂੰ ਪਾਣੀ ਦੇ ਕੇ ਵੱਤਰ ਵਿੱਚ ਲਿਆ ਕੇ ਬੀਜ ਪਾਇਆ ਜਾਂਦਾ, ਫਿਰ ਬੀਜ ਉੱਗਦਾ ਅਤੇ ਪ੍ਰਫੁੱਲਤ ਹੁੰਦਾ। ਇਸੇ ਤਰ੍ਹਾਂ ਇਹ ਦੇਹ ਰੂਪੀ ਸਰੀਰ ਰੂਪੀ ਖੇਤੀ ਜੋ ਪਰਮਾਤਮਾ ਨੇ ਸਾਨੂੰ ਬਖਸ਼ੀ ਹੋਈ, ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਮਨ ਨੂੰ ਪ੍ਰਭੂ ਪਰਮਾਤਮਾ ਨਾਲ ਜੋੜਨਾ ਚਾਹੀਦਾ। ਜਿਹੜੀ ਕਿਰਤ ਕਰਨੀ ਉਹ ਸਵੇਰੇ ਉੱਠ ਕਰਕੇ ਅੰਮ੍ਰਿਤ ਵੇਲਾ ਸਾਂਭ ਕੇ ਬਾਹਰੀ ਇਸ਼ਨਾਨ ਉਪਰੰਤ ਫਿਰ ਅੰਤਰਮੁਖ ਬਿਰਤੀ ਕਰਕੇ ਆਪਣੇ ਆਪ ਨੂੰ ਪਛਾਣਨਾ ਅਤੇ ਫਿਰ ਸਬਰ ਸੰਤੋਖ 'ਤੇ ਟਿਕੇ ਰਹਿਣਾ, ਲਾਲਸਾ ਅਤੇ ਲਾਲਚ ਦਾ ਤਿਆਗ ਕਰਨਾ। ਇਹ ਗੁਣ ਸਤਿਗੁਰੂ ਜੀ ਸਮਝਾ ਰਹੇ। ਕਹਿੰਦੇ ਫਿਰ ਜਦੋਂ ਇਹ ਜਿਵੇਂ ਬਾਹਰੀ ਖੇਤੀ ਤਿਆਰ ਹੁੰਦੀ, ਤਿਆਰ ਕਰਨ ਵਾਸਤੇ ਬੀਜ ਬੀਜਣ ਵਾਸਤੇ ਤਿਆਰ ਕੀਤਾ ਜਾਂਦਾ, ਇਸ ਤਰ੍ਹਾਂ ਸਤ ਸੰਗਤ ਵਿੱਚ ਆ ਕਰਕੇ ਮਨ ਦੇ ਖੋਟੇ ਭਾਵਾਂ ਨੂੰ ਤਿਆਗ ਕੇ ਸ਼ੁੱਧ ਵਿਚਾਰ ਹਿਰਦੇ ਅੰਦਰ ਆ ਜਾਣ, ਨਾਮ ਦਾ ਜਾਪ ਕੀਤਾ ਜਾਵੇ ਅਤੇ ਉਹ ਫਿਰ ਪ੍ਰਫੁੱਲਤ ਹੋਵੇ, ਲਾਲਸਾ ਦਾ ਤਿਆਗ ਕੀਤਾ ਜਾਵੇ। ਫਿਰ ਗੁਰਦੇਵ ਕਹਿੰਦੇ ਭਾਉ ਭਗਤ ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ। ਜਦੋਂ ਪ੍ਰੀਤਮ ਨਾਲ ਬਹੁਤ ਪ੍ਰੇਮ ਬਣ ਜਾਵੇ ਅਤੇ ਫਿਰ ਪਰਿਪੂਰਨ ਪਰਮਾਤਮਾ ਚੰਗੇ ਭਾਗਾਂ ਕਰਕੇ ਹਿਰਦੇ ਅੰਦਰ ਪ੍ਰਗਟ ਹੋਵੇਗਾ। ਪਰ ਗੁਰਦੇਵ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਈ, ਇਹ ਮਾਇਆ ਨਾਲ ਨਹੀਂ ਜਾਊਗੀ। ਜੇ ਇਸ ਮਾਇਆ ਵਿੱਚ ਸਭ ਸੰਸਾਰ ਲੱਗਾ ਹੋਇਆ, ਇਹ ਮਾਇਆ ਜਗ ਮੋਇਆ ਵਿਰਲਾ ਦੂਜੇ ਹੋਏ। ਸਾਨੂੰ ਵੀ ਗੁਰੂ ਦੇ ਬਚਨਾਂ ਨੂੰ ਸਮਝ ਕੇ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ। ਅਵਰਾ ਪਾਪ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ, ਰੋਗ ਸੀਤਲ ਮਨ ਭਇਆ। ਮਨ ਸੀਤਲ ਹੋ ਗਿਆ, ਸ਼ਾਂਤ ਹੋ ਗਿਆ, ਤ੍ਰਿਪਤ ਹੋ ਗਿਆ। ਇਸ ਕਰਕੇ ਨਾਮ ਜਪਣ ਕਰਕੇ ਮਨ ਦੇ ਰੋਗ, ਤਨ ਦੇ ਰੋਗ, ਬੁਰੇ ਵਿਚਾਰ ਸਾਰੇ ਖਤਮ ਹੋ ਗਏ। ਕਿਵੇਂ? ਔਰ ਪਾਪ ਸਭ ਤਿਆਗਿਆ। ਹੋਰ ਕਾਰਾਂ ਵਿਹਾਰਾਂ ਵਿੱਚ ਲੱਗ ਕੇ ਦੁਖੀ ਹੋਣ ਦੀ ਥਾਂ ਉੱਤੇ ਰੱਬ ਦਾ, ਪਰਮੇਸ਼ਰ ਦਾ ਜਾਪ ਕੀਤਾ, ਬੁਰੇ ਵਿਚਾਰਾਂ ਦਾ, ਬੁਰੇ ਖਿਆਲਾਂ ਦਾ ਤਿਆਗ ਕਰ ਦਿੱਤਾ। ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ, ਰਾਖਣ ਹਾਰੇ ਰਾਖਿਆ ਆਪਣੀ ਕਰ ਮਿਆ। ਪ੍ਰਭੂ ਪਰਮਾਤਮਾ ਨੇ ਦਇਆ ਕੀਤੀ, ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਗੁਰੂ ਦੇ ਪਾਵਨ ਬਚਨ ਸੁਣ ਕੇ, ਸਮਝ ਕੇ ਉਸ ਪਰਮਾਤਮਾ ਦਾ, ਭਗਵਾਨ ਦਾ ਸਿਮਰਨ ਕੀਤਾ। ਪੂਰਨ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕੀਤਾ। ਸਤਿਗੁਰੂ ਦੀ ਸੰਗਤ ਤੇ ਸਿਮਰਨ ਕਰਨ ਨਾਲ ਸਭ ਤਰ੍ਹਾਂ ਦੇ ਦੁੱਖ ਚਲੇ ਗਏ। ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ, ਰਾਖਣ ਹਾਰੇ ਰਾਖਿਆ ਆਪਣੀ ਕਰ ਮਿਆ। ਉਸ ਰੱਖਣਹਾਰ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਦੁਨੀਆ ਦੇ ਦੁੱਖਾਂ ਤੋਂ ਬਚਾ ਲੈਣਾ ਕੀਤਾ। ਰਹਾਓ। ਬਾਂਹ ਪਕੜ ਪ੍ਰਭ ਕਾਢਿਆ, ਕੀਨਾ ਅਪਣਾਇਆ। ਬੜੇ ਪ੍ਰੇਮ ਨਾਲ
सतगुरु जी सानू समझा रहा भी जिहड़ा परमात्मा दा बन जावे, परमात्मा फिर उन्होंने इस दुख रूप संसार तो कढ़न वास्ते गुरु के उपदेश नूं ग्रहण करने की जुगती दस दिंदा। सतगुरु के कृपा बख्शिश नाल फिर भौ दा जाल, दुतर संसार, दुख रूप संसार, ये तो बांह तो पकड़ के इन्हां दुखों तो मैनू बचा लेना कीता। सिमर सिमर मन तन सुखी, नानक निरभया। सिमरद्या सिमरद्या नाम जपद्या जपद्या मन जिहड़ा निर्मल हो जाता, शांत हो जाता, सुखी हो जाता। मन भै रहित हो गया, क्योंकि दुनियावी मनुख जिहड़े जुड़े हुए जीव माया दा, वो फिर डरते रहंदे भी ये शरीर ना जाता रहे, संसार ना जाता रहे, परिवार ना जाता रहे। पर जिहड़े परमात्मा नाल प्रीत करते हो, परमेश्वर नूं चेते करते हुए, सिमरते हुए, याद करते हुए भै रहित हो जाते। जैसे सिमरत सुख पाई है, जे सिमरत सुख पाई है, सिमरत सुख पाई है, सिमरत सुख पाई है। बिन से वियोग, बिन से वियोग, बिन से वियोग, बिन से वियोग। नानक प्रभ शरणागति, नानक प्रभ शरणागति, नानक प्रभ शरणागति, नानक प्रभ शरणागति। करण कारण जोग, करण कारण जोग, करण कारण जोग, करण कारण जोग। जिहदे सिमरन दे नाल सब दुख मिट जाण, जिस परमेश्वर दिन चेता करन दे नाल मन तन सुखी हो जाए, उन्होंने जरूर चेते करिए, जाप करिए। सतनाम सतनाम वाहिगुरू जी का खालसा